ਅੱਜ ਵਿਸ਼ਵ ਅੰਗਦਾਨ ਦਿਵਸ ਹੈ। ਇਸ ਮੌਕੇ ਤੇ ਸਿਹਤ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਮੈਂ ਅਨਿਲ ਦਾਮੂ ਵਿਸ਼ੇਸ਼ ਤੌਰ ਤੇ ਤੁਹਾਡੇ ਮਾਧਿਅਮ ਰਾਹੀਂ ਇੱਕ ਜਾਗਰੂਕਤਾ ਸੰਬੰਧੀ ਸੰਦੇਸ਼ ਦੇਣਾ ਚਾਹੁੰਦਾ ਹਾਂ, ਕਿਉਂਕਿ ਕੋਰੋਨਾ ਦੇ ਚੱਲਦੇ ਹੋਏ ਅਸੀਂ ਇਸ ਤਰ੍ਹਾਂ ਦੇ ਫੰਕਸ਼ਨ ਤਾਂ ਕਰ ਨਹੀਂ ਸਕਦੇ ਜਾਂ ਇਸ ਤਰ੍ਹਾਂ ਦਾ ਲੋਕਾਂ ਵਿੱਚ ਜਾ ਕੇ ਆਮ ਇਕੱਠ ਕਰਕੇ ਸੰਬੋਧਨ ਕਰਨਾ ਸਾਡੇ ਲਈ ਬਹੁਤ ਹੀ ਕ੍ਰਿਟੀਕਲ ਹੋ ਜਾਂਦਾ ਹੈ। ਪਰ ਜਿਸ ਤਰ੍ਹਾਂ ਪਿਛਲੇ 2 ਸਾਲਾਂ ਦੀ ਸਾਡੇ ਸਾਹਮਣੇ ਇੱਕ ਡਾਟਾ ਹੈਗਾ ਕਿ 2 ਸਾਲਾਂ ਦੇ ਵਿੱਚ ਅੰਗਦਾਨ ਹਰ ਪੱਖੋਂ ਘਟਿਆ ਹੈ। ਕਿਉਂ? ਲੋਕ ਕਰੋਨਾ ਕਰਕੇ ਹਸਪਤਾਲਾਂ ਵਿੱਚ ਆਉਣਾ, ਅੰਗਦਾਨ ਕਰਨਾ, ਇਸ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਔਰ ਅੰਗਦਾਨ ਘਟਦਾ ਗਿਆ। ਲੇਕਿਨ ਖੂਨ ਵੀ ਕਹਿੰਦੇ ਸਾਡੇ ਸਰੀਰ ਦਾ ਇੱਕ ਅੰਗ ਹੈਗਾ, ਇਹ ਤਾਂ ਆਪਾਂ ਦਾਨ ਕਰ ਸਕਦੇ ਹਾਂ। ਔਰ ਜਿਸ ਤਰ੍ਹਾਂ ਕਰੋਨਾ ਕਰਕੇ ਖੂਨ ਦੀ ਵੀ ਬਹੁਤ ਘਾਟ ਹੈਗੀ ਹੈ। ਹੁਣ ਅੰਗਦਾਨ ਕਿਉਂ ਕਰਨਾ ਹੈ? ਹੁਣ ਆਪਾਂ ਖੂਨ ਤੇ ਹੀ ਲੈ ਲਈਏ। ਖੂਨ ਕੀ ਹੈ? ਆਪਾਂ ਬਣਾ ਨਹੀਂ ਸਕਦੇ। ਦੁਨੀਆ ਦੀ ਕੋਈ ਫੈਕਟਰੀ ਨਹੀਂ ਹੈ ਜਿੱਥੇ ਬਣਾ ਸਕਦੇ ਹਾਂ। ਇਹ ਸਿਰਫ ਆਪਾਂ ਦਾਨ ਹੀ ਦੇ ਸਕਦੇ ਹਾਂ ਜਾਂ ਲੈ ਸਕਦੇ ਹਾਂ। ਸੋ ਇਸ ਕਰਕੇ ਇਹਦੇ ਵਾਸਤੇ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਹਰ 3 ਮਹੀਨੇ ਤੋਂ ਬਾਅਦ ਕੋਈ ਵੀ ਤੰਦਰੁਸਤ ਆਦਮੀ ਖੂਨਦਾਨ ਕਰ ਸਕਦਾ ਹੈ। ਇਸੇ ਤਰ੍ਹਾਂ ਜਿਵੇਂ ਬਾਕੀ ਅੰਗਦਾਨ ਦੀ ਗੱਲ ਹੈ, ਜਿਵੇਂ ਅੱਖਾਂ ਦਾ ਦਾਨ ਹੈ ਜਾਂ ਕੋਈ ਗੁਰਦੇ ਦਾਨ ਕਰਨੇ ਹੈ, ਲੀਵਰ ਦਾਨ ਕਰਨਾ ਹੈ, ਜਾਂ ਫਿਰ ਆਪਾਂ ਕਹਿ ਦਈਏ ਫੇਫੜੇ ਹੈ ਜਾਂ ਟਿਸ਼ੂਜ਼ ਹੈ, ਹਾਰਟ ਹੈ, ਸਾਰਾ ਕੁਝ ਹੋ ਸਕਦਾ ਹੈ। ਜਿਹੜੇ ਡਾਕਟਰਸ ਹੈ, ਮਾਹਰ ਹੈ, ਉਹਨਾਂ ਦਾ ਕਹਿਣਾ ਹੈ ਕਿ ਇੱਕ ਬ੍ਰੇਨ ਡੈਡ ਜਿਹਨੂੰ ਆਪਾਂ ਕਹਿੰਦੇ ਨਾ, ਕਈ ਵਾਰੀ ਇਹੋ ਜਿਹੇ ਮਰੀਜ਼ ਹੁੰਦੇ ਆ ਜਿਹੜੇ ਬ੍ਰੇਨ ਡੈਡ ਜਾਂ ਦਿਮਾਗੀ ਤੌਰ ਤੇ ਬਿਲਕੁਲ ਬਿਮਾਰ ਜਾਂ ਮਾਨਸਿਕ ਤੌਰ ਤੇ ਮਰ ਚੁੱਕੇ ਹੁੰਦੇ ਆ, ਉਹ ਘੱਟ ਤੋਂ ਘੱਟ 8 ਲੋਕਾਂ ਨੂੰ ਜੀਵਨ ਦਾਨ ਦੇ ਸਕਦੇ ਆ। ਹੁਣ ਆਮ ਕੀ ਹੈ, ਆਪਣੇ ਕਈ ਦੇਸ਼ਾਂ ਵਿੱਚ ਕੀ ਹੈ, ਜਿਹੜਾ ਅੰਗਦਾਨ ਦਾ ਹੈ, ਜਦੋਂ ਡਰਾਈਵਿੰਗ ਲਾਇਸੈਂਸ ਬਣਦਾ ਹੈ ਉਸ ਦੇ ਵਿੱਚ ਮੈਂਡੇਟਰੀ ਇਹ ਸ਼ਾਮਲ ਹੁੰਦਾ ਹੈ ਕਿ ਅਗਰ ਮੇਰੇ ਨਾਲ ਕੋਈ ਦੁਰਘਟਨਾ ਹੁੰਦੀ ਹੈ ਤਾਂ ਮੈਂ ਅੰਗਦਾਨ ਕਰਨ ਨੂੰ ਤਿਆਰ ਹਾਂ। ਮੇਰੇ ਜੋ ਵੀ ਅੰਗ ਹੋਣ ਉਹ ਦਾਨ ਕਰ ਦਿੱਤੇ ਜਾਣ। ਇਸ ਸੰਬੰਧ ਵਿੱਚ ਸਾਡੇ ਵੀ ਇੱਥੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਇਸ ਤਰ੍ਹਾਂ ਦੀ ਦੁਰਘਟਨਾ ਹੋ ਜਾਂਦੀ ਹੈ, ਘਰ ਵਾਲੇ ਹੈ ਉਹਨਾਂ ਦਾ ਤਾਂ ਮਾਨਸਿਕ ਸੰਤੁਲਨ ਜਿਹੜਾ ਉਹ ਉਸ ਦੁਰਘਟਨਾ ਕਰਕੇ ਠੀਕ ਹੁੰਦਾ ਹੈ, ਨਹੀਂ ਹੁੰਦਾ, ਹਾਲਾਤ ਕਿਹੋ ਜਿਹੇ ਹੁੰਦੇ ਆ। ਪਰ ਜੇ ਉਸ ਨੇ ਪਹਿਲਾਂ ਹੀ ਇਹ ਮੈਂਡੇਟਰੀ ਲਿਖਿਆ ਹੋਵੇਗਾ ਤਾਂ ਉਹ ਅੰਗਦਾਨ ਕਰ ਸਕਦਾ ਹੈ ਔਰ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਅੱਖਾਂ ਦੇ ਦਾਨ ਦੀ ਗੱਲ ਦੇਖ ਲਈਏ, ਸਾਡੇ ਪੜੋਸ ਦੇ ਵਿੱਚ ਸ਼੍ਰੀਲੰਕਾ ਇੱਕ ਬਹੁਤ ਛੋਟਾ ਜਿਹਾ ਦੇਸ਼ ਹੈ ਆਪਣੇ ਨਾਲੋਂ, ਉੱਥੋਂ ਕੋਰਨੀਆ ਦੂਸਰੇ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ, ਲੇਕਿਨ ਆਪਣੇ ਇੱਥੇ ਲੈਣਾ ਲੱਗੀਆਂ ਹੁੰਦੀਆਂ। ਇੱਕ ਬੰਦਾ ਅੰਗਦਾਨ ਕਰਨਾ ਹੁੰਦਾ, 20 ਦੀ ਲੈਣ ਲੱਗੀ ਹੁੰਦੀ ਹੈ। ਕਾਰਨ ਕੀ ਹੈ? ਜਾਗਰੂਕਤਾ ਦੀ ਕਮੀ। ਹੁਣ ਜਾਗਰੂਕਤਾ ਕਿਸ ਚੀਜ਼ ਦੀ? ਸਾਡੇ ਵਹਿਮ ਭਰਮ ਬਹੁਤ ਹੈ। ਆਮ ਕਿਹੜਾ ਭਰਮ ਹੈ? ਜੇ ਅੱਖਾਂ ਦਾਨ ਕਰ ਦਿੱਤੀਆਂ ਤਾਂ ਅਗਲਾ ਜਨਮ ਅੰਨੇ ਦਾ ਹੋਵੇਗਾ, ਸਾਨੂੰ ਦਿਖਾਈ ਕਿਵੇਂ ਦੇਊਗਾ? ਭਾਈ ਜੇ ਆਪਾਂ ਇਸ ਨੂੰ ਲੌਜੀਕਲੀ ਪਰਖ ਲਈਏ, ਅੱਖਾਂ ਦਾ ਤਾਂ ਆਪਾਂ ਕਹਿ ਦਿੱਤਾ, ਜਦੋਂ ਆਪਾਂ ਡੈੱਡ ਬੋਡੀ ਨੂੰ ਸ਼ਮਸ਼ਾਨ ਭੂਮੀ ਜਾ ਕੇ ਆਪਾਂ ਸੰਸਕਾਰ ਕਰ ਦਿੰਦੇ ਹਾਂ, ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ। ਫਿਰ ਆਪਣੀਆਂ ਲੱਤਾਂ ਕਿੱਥੇ ਗਈਆਂ, ਆਪਣੀਆਂ ਬਾਹਾਂ ਕਿੱਥੇ ਗਈਆਂ, ਬਾਕੀ ਸਰੀਰ ਕਿੱਥੇ ਗਿਆ? ਆਪਾਂ ਅੱਖਾਂ ਦਾ ਫਿਕਰ ਤਾਂ ਕਰ ਲਿਆ ਦਾਨ ਕਰਕੇ ਵੀ ਕਿ ਨਹੀਂ ਮਿਲਣਗੀਆਂ, ਇਹ ਲੱਤਾਂ ਬਾਹਾਂ ਕਿੱਥੋਂ ਲਿਆਵਾਂਗੇ? ਆਪਾਂ ਬਾਕੀ ਸਰੀਰ ਕਿੱਥੋਂ ਲਿਆਵਾਂਗੇ? ਉਹ ਤਾਂ ਆਪਾਂ ਸਾੜ ਦਿੱਤਾ। ਅੱਖਾਂ ਤਾਂ ਫਿਰ ਵੀ ਆਪਾਂ ਕਿਸੇ ਨੂੰ ਦੇਖਣ ਵਾਸਤੇ ਦਿੱਤੀਆਂ ਹਨ, ਉਹ ਤਾਂ ਉਹਨਾਂ ਨੂੰ ਪ੍ਰਯੋਗ ਕਰਕੇ ਇਸ ਦੁਨੀਆ ਨੂੰ ਦੇਖ ਰਿਹਾ ਹੈ। ਇਸ ਜਿਹੜੀ ਰੱਬ ਦੀ ਸਾਜੀ ਹੋਈ ਦੁਨੀਆ ਹੈ ਉਸ ਨੂੰ ਦੇਖ ਰਿਹਾ, ਆਨੰਦ ਮਾਣ ਰਿਹਾ। ਆਪਾਂ ਕਿਸੇ ਦੀ ਜਿਹੜੀ ਹਨੇਰੀ ਜ਼ਿੰਦਗੀ ਸੀ ਉਸ ਨੂੰ ਰੋਸ਼ਨ ਕੀਤਾ ਹੋਇਆ ਹੈ। ਸੋ ਅੱਜ ਦੇ ਦਿਨ ਇਹ ਜ਼ਰੂਰੀ ਹੈ ਕਿ ਆਪਾਂ ਸਾਰੇ ਸੰਕਲਪ ਲਈਏ, ਇੱਕ ਆਪ ਜਾਗਰੂਕ ਹੋਈਏ, ਲੋਕਾਂ ਨੂੰ ਜਾਗਰੂਕ ਕਰੀਏ। ਕਿਸ ਵਾਸਤੇ? ਕਿ ਅੰਗਦਾਨ ਕਰਨ ਵਾਸਤੇ। ਜਿਉਂਦੇ ਜੀ ਕੀ ਕਰਨਾ ਹੈ? ਖੂਨਦਾਨ, ਔਰ ਮੌਤ ਤੋਂ ਬਾਅਦ ਅੰਗਦਾਨ। ਕਿਉਂਕਿ ਜਦੋਂ ਮੈਂ ਖੁਦ ਦੀ ਜਿਹਨਾਂ ਗੱਲ ਕੀਤਾ, ਮੈਂ ਆਪਣੀਆਂ ਅੱਖਾਂ ਵਾਸਤੇ ਪਹਿਲਾਂ ਹੀ ਫਾਰਮ ਭਰਿਆ ਹੋਇਆ, ਮੇਰੀ ਮਿਸਿਸ ਦਾ। ਅਸੀਂ ਆਪ ਸ਼ੁਰੂਆਤ ਕਰ ਚੁੱਕੇ ਹਾਂ ਕਿ ਮੌਤ ਤੋਂ ਬਾਅਦ ਸਾਡੀਆਂ ਅੱਖਾਂ ਜਿਹੜੀਆਂ ਉਹ ਦਾਨ ਕਰ ਦਿੱਤੀਆਂ ਜਾਣ। ਹੋਰ ਵੀ ਜੋ ਅੰਗ ਕਿਸੇ ਦੇ ਕੰਮ ਆਉਣ ਆਪਾਂ ਕਰ ਸਕਦੇ ਹਾਂ। ਲੋਕ ਬੋਡੀ ਦਾਨ ਵੀ ਕਰਦੇ ਹੈ। ਸੋ ਇਹ ਸਾਡੇ ਵਿੱਚ ਇੱਕ ਜਾਗਰੂਕਤਾ ਦੀ ਕਮੀ ਹੈ ਔਰ ਆਪਾਂ ਜੇ ਜਾਗਰੂਕ ਹੋਵਾਂਗੇ ਤਾਂ ਜਿਉਂਦੇ ਜੀ ਤਾਂ ਲੋਕਾਂ ਦੀ ਸੇਵਾ ਕਰਾਂਗੇ, ਲੇਕਿਨ ਮੌਤ ਤੋਂ ਬਾਅਦ ਵੀ ਆਪਾਂ ਕਿਸੇ ਦੀ ਜ਼ਿੰਦਗੀ ਰੋਸ਼ਨ ਕਰ ਸਕਦੇ ਹਾਂ। ਕਿਸੇ ਦੀ ਜ਼ਿੰਦਗੀ ਹਨੇਰੀ ਹੈ ਉਸ ਨੂੰ ਰੋਸ਼ਨ ਕਰ ਸਕਦੇ ਹਾਂ ਔਰ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ। ਔਰ ਇਸ ਤੋਂ ਵੱਡਾ ਕੋਈ ਪੁੰਨ ਨਹੀਂ, ਇਸ ਤੋਂ ਵੱਡੀ ਕੋਈ ਸੇਵਾ ਨਹੀਂ। ਆਓ ਸਾਰੇ ਮਿਲ ਕੇ ਇੱਕ ਸੰਕਲਪ ਕਰੀਏ। ਸੰਕਲਪ ਇੱਕੋ ਹੀ ਹੈ ਕਿ ਜਿਉਂਦੇ ਜੀ ਅੰਗਦਾਨ, ਜਿਉਂਦੇ ਜੀ ਆਪਾਂ ਜਿਹੜਾ ਖੂਨਦਾਨ ਕਰਾਂਗੇ ਔਰ ਮੌਤ ਤੋਂ ਬਾਅਦ ਅੰਗਦਾਨ। ਧੰਨਵਾਦ ਜੀ। ਤੁਸੀਂ ਹੋਰ ਜਿਹੜੇ ਅੰਗਦਾਨ ਕੀਤੇ ਜਾਂਦੇ ਨੇ, ਹਾਂਜੀ ਹਾਂਜੀ, ਕਿੰਨਾ ਕੁ ਟਾਈਮ ਜੀਵਿਤ ਰਹਿੰਦਾ? ਨਹੀਂ, ਹਾਂ ਬਿਲਕੁਲ, ਤੁਸੀਂ ਸਵਾਲ ਜੋ ਇਸ ਤਰ੍ਹਾਂ ਪੁੱਛਿਆ, ਜਿਵੇਂ ਗੁਰਦਾ ਹੈ, ਗੁਰਦਾ 6 ਤੋਂ 12 ਘੰਟੇ ਦੇ ਵਿੱਚ ਮੌਤ ਤੋਂ ਬਾਅਦ ਆਪਾਂ ਦਾਨ ਕਰ ਸਕਦੇ ਹਾਂ। ਇਸੇ ਤਰ੍ਹਾਂ ਕੀ ਹੈ, ਜੇ ਆਪਣੇ ਲੀਵਰ ਹੈ ਉਹ ਵੀ ਆਪਾਂ 6 ਘੰਟੇ ਦੇ ਵਿੱਚ
ਆਪਾਂ ਕਰ ਸਕਦੇ ਹਾਂ। ਇਸੇ ਤਰ੍ਹਾਂ ਕੀ ਹੈ, ਦਿਲ ਹੈ 4 ਘੰਟਿਆਂ ਦੇ ਵਿੱਚ, ਫੇਫੜੇ ਆ ਉਹ ਵੀ 4 ਘੰਟਿਆਂ ਦੇ ਵਿੱਚ। ਲੇਕਿਨ ਸਾਡੇ ਸਰੀਰ ਦੇ ਜਿਹੜੇ ਟਿਸ਼ੂ ਹੁੰਦੇ ਆ ਉਹ ਆਪਾਂ ਲਗਭਗ ਕਹਿੰਦੇ ਜੇ ਸੰਭਾਲ ਕੇ ਰੱਖੇ ਜਾਣ ਨਾ, ਜਿਵੇਂ ਡਾਕਟਰੀ ਲੈਬ ਦੇ ਵਿੱਚ ਉਸ ਦਾ 5 ਸਾਲ ਤੱਕ ਵੀ ਹੋ ਸਕਦਾ ਹੈ। ਔਰ ਅੱਖਾਂ ਵੀ 4 ਤੋਂ 6 ਘੰਟਿਆਂ ਦੇ ਵਿੱਚ ਉਹ ਕੋਰਨੀਆਂ ਉਤਾਰ ਕੇ ਤੇ ਉਹ ਦਾਨ ਕੀਤੀਆਂ ਜਾ ਸਕਦੀਆਂ, ਕੋਈ ਐਡੀ ਗੱਲ ਨਹੀਂ ਹੈਗੀ। ਇਹ ਆਪਾਂ ਜੇ ਪਹਿਲਾਂ ਨਹੀਂ ਵੀ ਦਾਨ ਕੀਤਾ ਹੁੰਦਾ ਤਾਂ ਘਰ ਵਾਲੇ ਜਿਹੜੇ ਹੈ ਜੇ ਉਹ ਜਾਗਰੂਕ ਹੋਣਗੇ ਤਾਂ ਮੌਤ ਤੋਂ ਬਾਅਦ ਵੀ ਉਹ ਫੈਸਲਾ ਲੈ ਸਕਦੇ ਹਨ ਔਰ ਦਾਨ ਕਰ ਸਕਦੇ ਹਨ ਔਰ ਕਿਸੇ ਦੀ ਵੀ ਜ਼ਿੰਦਗੀ ਨੂੰ ਨਵਾਂ ਜੀਵਨ ਦੇ ਸਕਦੇ ਹਨ, ਕਿਸੇ ਦੀ ਵੀ ਜ਼ਿੰਦਗੀ ਨੂੰ ਰੋਸ਼ਨ ਵੀ ਕਰ ਸਕਦੇ ਹਨ ਔਰ ਨਵੀਂ ਜ਼ਿੰਦਗੀ ਵੀ ਦੇ ਸਕਦੇ ਹਨ। ਜੇ ਕੋਈ ਦਾਨ ਕਰਨਾ ਚਾਹਵੇ ਤਾਂ ਕਿੱਥੇ ਆ ਕੇ ਮਿਲੇ? ਦੇਖੋ ਪਤਾ ਕੀ ਬੜੀਆਂ, ਜਿਵੇਂ ਆਪਣੇ ਫਾਜ਼ਿਲਕਾ ਦੇ ਵਿੱਚ ਇੱਕ ਸੰਸਥਾ ਹੈ ਸੋਸ਼ਲ ਵੈਲਫੇਅਰ ਸੁਸਾਇਟੀ। ਆ ਪਿਛਲੇ ਕਰੋਨਾ ਕਾਲ ਨੂੰ ਆਪਾਂ ਜੇ ਛੱਡ ਦਈਏ ਤਾਂ ਉਹਨਾਂ ਨੇ ਲਗਭਗ 450 ਅੱਖਾਂ ਦਾਨ ਕਰਾਈਆਂ ਲੋਕਾਂ ਦੀਆਂ ਔਰ ਬਹੁਤ ਵੱਡਾ ਉਪਰਾਲਾ ਕਰ ਰਹੇ ਆ। ਆਪਾਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਬਾਕੀ ਸਰਕਾਰੀ ਹਸਪਤਾਲ ਹੈ ਵੱਡੇ, ਜਿਵੇਂ ਫਰੀਦਕੋਟ, ਆਪਾਂ ਉੱਥੇ ਕੰਟੈਕਟ ਕਰ ਸਕਦੇ ਆ। ਗੰਗਾ ਨਗਰ ਹਸਪਤਾਲ ਹੈ ਆਪਣੇ ਨੇੜੇ, ਅੰਧ ਵਿਦਿਆਲਿਆ, ਉੱਥੋਂ ਦੀ ਟੀਮ ਆ ਕੇ ਨਾਲ ਦੀ ਨਾਲ ਉਹ ਅੱਖਾਂ ਜਿਹੜੀਆਂ ਉਹ ਕੋਰਨੀਆ ਉਹ ਲੈ ਕੇ ਜਾ ਸਕਦੇ ਆ। ਇਸ ਤਰ੍ਹਾਂ ਆਪਾਂ ਸ਼ੁਰੂਆਤ ਕਰੀਏ, ਅਗਲਾ ਕਦਮ ਆਪਣੇ ਆਪ ਸਾਨੂੰ ਮਿਲਦਾ ਹੈ। ਪਹਿਲਾਂ ਆਪਾਂ ਨੂੰ ਸੋਚਣਾ ਪੈਣਾ ਵੀ ਅਸੀਂ ਇਸ ਵਾਸਤੇ ਮਾਨਸਿਕ ਰੂਪ ਵਿੱਚ ਤਿਆਰ ਹਾਂ ਜਾਂ ਨਹੀਂ ਹਾਂ, ਕਿਉਂਕਿ ਮਾਨਸਿਕ ਰੂਪ ਵਿੱਚ ਤਿਆਰ ਹੋਣਾ ਬਹੁਤ ਜ਼ਰੂਰੀ ਹੈ। ਇਹ ਸਭ ਤੋਂ ਵੱਡੀ ਚੀਜ਼ ਹੈ ਔਰ ਇਹੀ ਜਾਗਰੂਕਤਾ ਹੈ ਔਰ ਇਹੀ ਅੱਜ ਇਸ ਦਿਨ ਅੰਗਦਾਨ ਦਿਵਸ ਦੇ ਜਿਹੜਾ ਮੇਨ ਥੀਮ ਇਹ ਹੈ ਵੀ ਜਾਗਰੂਕਤਾ। ਆਪਾਂ ਜਾਗਰੂਕ ਹੋਈਏ, ਜੇ ਆਪਾਂ ਜਾਗਰੂਕ ਹੋਵਾਂਗੇ ਤਾਂ ਹੀ ਆਪਾਂ ਆਪਣੇ ਪਰਿਵਾਰ ਨੂੰ ਜਾਗਰੂਕ ਕਰ ਪਾਵਾਂਗੇ ਔਰ ਤਾਂ ਹੀ ਸਾਡੇ ਪਰਿਵਾਰ ਵਾਲੇ ਸਾਡੇ ਜਾਣ ਤੋਂ ਬਾਅਦ ਇਹ ਫੈਸਲਾ ਕਰ ਸਕਣਗੇ ਕਿ ਅੰਗਦਾਨ ਕਰਨਾ ਹੈ ਜਾਂ ਨਹੀਂ ਕਰਨਾ। ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਫਾਜ਼ਿਲਕਾ ਦੇ ਵਿੱਚ ਕਾਫੀ ਸੰਸਥਾਵਾਂ ਚੱਲ ਰਹੀਆਂ ਨੇ, ਜੀ ਜੇ ਤੁਸੀਂ ਸੰਸਥਾਵਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਨਹੀਂ, ਅਸੀਂ ਮੇਰਾ ਤਾਂ ਸਿਹਤ ਵਿਭਾਗ ਵੱਲੋਂ ਇੱਕੋ ਹੀ ਮੈਸੇਜ ਹੈ ਕਿ ਆਪਾਂ ਲੋਕਾਂ ਨੂੰ ਇੱਕ ਤਾਂ ਜਿਹੜੀਆਂ ਸੇਵਾਵਾਂ ਹੈ ਉਹ ਦਈਏ, ਦੂਸਰਾ ਅੰਗਦਾਨ ਦੇ ਪ੍ਰਤੀ ਜਾਗਰੂਕ ਕਰੀਏ, ਕਿਉਂਕਿ ਵਹਿਮ ਭਰਮ ਜਿਹੜੇ ਸੰਕਲਪ ਹੈ ਉਹ ਬਹੁਤ ਵੱਡਾ ਇੱਕ ਰੁਕਾਵਟ ਹੁੰਦੀ ਹੈ। ਅਸਲੀਅਤ ਇਹਨਾਂ ਵਿੱਚ ਕੁਝ ਨਹੀਂ ਹੁੰਦੀ, ਕਿਉਂਕਿ ਆਪਾਂ ਖੁਦ ਦੇਖਦੇ ਹਾਂ ਕਿ ਜੇ ਆਪਣੇ ਹੱਥ ਪੈਰ ਲੱਤਾਂ ਸਾਰਾ ਸਰੀਰ ਹੈ ਇਹ ਇੱਥੇ ਹੀ ਸੜ ਕੇ ਸਵਾਹ ਹੋ ਜਾਣਾ ਹੈ ਤੇ ਇਹ ਆਪਾਂ ਨੂੰ ਕਿਵੇਂ ਮਿਲੂਗਾ? ਤੇ ਫਿਰ ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਅੱਖਾਂ ਦਾਨ ਕੀਤੀਆਂ ਉਹ ਸਾਨੂੰ ਨਹੀਂ ਮਿਲਣਗੀਆਂ? ਬਲਕਿ ਹਿੰਦੂ ਜਿਹੜੀ ਸੰਸਕ੍ਰਿਤੀ ਹੈ ਉਹਦੇ ਹਿਸਾਬ ਨਾਲ ਤਾਂ ਇਹ ਕਿਹਾ ਜਾਂਦਾ ਹੈ ਕਿ ਜੇ ਆਪਾਂ ਇੱਥੇ ਕੋਈ ਦਾਨ ਕਰਾਂਗੇ ਤਾਂ ਸਾਨੂੰ ਅੱਗੇ ਵੀ ਮਿਲੂਗਾ, ਤੇ ਕਿਉਂ ਨਾ ਆਪਾਂ ਦਾਨ ਆਪਣੇ ਸਰੀਰ ਦਾ ਕਰੀਏ ਜਿਹਨੇ ਮਿੱਟੀ ਹੋ ਜਾਣਾ ਹੈ। ਹੁਣ ਫੈਸਲਾ ਸਾਡੇ ਹੱਥ ਵਿੱਚ ਹੈ, ਅੱਖਾਂ ਸਵਾਹ ਕਰਨੀਆਂ ਹੈ ਜਾਂ ਕਿਸੇ ਦੀ ਜ਼ਿੰਦਗੀ ਰੋਸ਼ਨ ਕਰਨੀ ਹੈ, ਇਹ ਫੈਸਲਾ ਸਾਡੇ ਹੱਥ ਵਿੱਚ ਹੈ। ਕਿਉਂਕਿ ਸਵਾਹ ਤਾਂ ਹੋ ਹੀ ਜਾਣੀ ਹੈ, ਰੋਸ਼ਨ ਕਰਨ ਦਾ ਫੈਸਲਾ ਆਪਾਂ ਜਿਉਂਦੇ ਜੀ ਕਰਨਾ ਹੈ।